चो ना हो ठीक ठाक। और जी कैसे हो? डबल कैमरा चलाई बैठा। हाँ हाँ ये ट्राली लाओ मैं वो कटाला का पक्की ओ बड़ा हो गया मुंडा किवें ठीक है और अंदर ए भैया को स्टेशन करो है भाई ना साडी। हाँ जी हाँ जी बनी आती है पैरी बना मम्मी। हाँ जिंदा रहे ਵਧਾਈਆਂ ਤੈਨੂੰ। हाँ भी दीपक की हाल है? डबल कैमरा चलता आयो फिर उधर ही भांजा भी मेरे जिते ये दे जिते मेरे दो साल थोड़ा है ਸੋ ਫਾਈਨਲੀ ਜਾਣ ਦਾ ਟਾਈਮ ਆ ਗਿਆ ਤੇ 5-10 ਮਿੰਟ ਬਾਅਦ ਐਂਟਰੀ ਕਰਨ ਲੱਗੇ ਆ ਤੇ ਹੁਣ ਸਾਰੇ ਜਾਣ ਦੀ ਤਿਆਰੀ ਚੱਲ ਰਹੀ ਹੈ। ਸਵੇਰ ਥੋੜਾ ਮੂਡ ਸੈਡ ਸੀ ਲੇਕਿਨ ਹੁਣ ਠੀਕ ਆ ਤੇ ਕੋਈ ਚੱਕਰ ਨਹੀਂ ਤੇ ਵਲੌਗ ਪੂਰਾ ਬਣੂਗਾ। ਹੁਣ ਦਿੱਲੀ 에ਅਰਪੋਰਟ ਆ ਐਂਟਰੀ ਕਰਨ ਲੱਗੇ ਆ ਤੇ ਹੁਣ ਮੈਂ ਤੁਹਾਨੂੰ ਡਿਊਲ ਕੈਮਰਾ ਦਿਖਾਉਣਾ ਚੇਂਜ ਕਰਕੇ ਕਿਉਂਕਿ ਬੈਕਗ੍ਰਾਉਂਡ ਦਾ ਵਿਊ ਵੀ ਥੋੜਾ ਵਧੀਆ ਹੈ ਤੇ ਉਹ ਆ ਨਹੀਂ ਪਾ ਰਿਹਾ। ਪਾਸੇ ਹੋਈ ਰਾਹੁਲ ਪਾਸੇ ਹਾਂਜੀ ਬੰਨੀ ਵੀ ਆ ਆ ਲਗਾਣੀਆਂ ਨਾ ਮੇਰੇ ਨਾਲ ਗੰਨੇ ਲਾਈ ਜਾਂਦੀਆਂ ਠੀਕ ਹੈ ਜੀ। ਆ ਤੇ ਚਾਚੀ ਨੇ ਵੀ ਬੰਨੀ ਸੀਗੀ ਸਾਹਮਣੇ ਤੇਰੇ ਦੀ। ਕਿੱਥੇ ਆ ਕਿੱਥੇ ਕਿੱਥੇ ਬੰਨੀ ਸੀ? ਪਰ ਆਪਣੇ ਦਾ ਟੇਕ ਇਹਦਾ ਸੋ ਫਾਈਨਲੀ ਸਾਰਾ ਕੰਮ ਹੋ ਗਿਆ ਸੀ। ਸਿਕਿਉਰਿਟੀ ਚੈੱਕ ਹੋ ਗਿਆ, ਇਮੀਗ੍ਰੇਸ਼ਨ ਹੋ ਗਿਆ। ਹੁਣ ਅਸੀਂ ਲੱਗੇ ਸੀ ਖਾਣ, ਪੀਜ਼ਾ ਪੂਜ਼ਾ ਖਾਣ ਲੱਗੇ ਸੀ। ਡੋਮਿਨੋਜ਼ ਜੱਗੇ ਨੇ ਕੀਤਾ ਸਪੈਸ਼ਲ ਪਨੀਰ ਪੀਜ਼ਾ ਆਰਡਰ ਹੈ ਨਾ ਜੱਗੇ? ਵੀਡੀਓ ਕੀਤਾ ਨਾ ਵੀਡੀਓ ਵੀ ਕੀਤਾ ਹੈਪੀ ਪਨੀਰ ਮੀਡੀਅਮ ਪੀਜ਼ਾ ਤੇ ਬਸ 15-20 ਮਿੰਟਾਂ ਦੇ ਬਾਅਦ ਅਸੀਂ ਪਹੁੰਚ ਜਾਣਾ ਗੇਟ ਨੰਬਰ 19 ਤੇ ਤੀਰ ਸਿੰਘ ਜੀ ਲਿਆ ਰਹੇ ਨੇ ਪੀਜ਼ਾ। ਉਹ ਸਨੈਪ ਪਾਉਣੀ ਹੈ ਲੈ ਪਾਉਂਦੇ ਯਾਰ ਤੇ ਹੁਣ ਟਾਈਮ 11:15 ਹੋ ਗਿਆ ਤੇ 12:30 ਵਜੇ ਸਾਡੀ ਬੋਰਡਿੰਗ ਆ। 45 ਮਿੰਟ ਇਦਾਂ ਹੀ ਅਸੀਂ ਟਾਈਮ ਪਾਸ ਕਰਨਾ ਉਹਨਾਂ ਨੇ ਆਪਾਂ ਬੈਕਗ੍ਰਾਉਂਡ ਦੇਖਿਆ ਕਿ ਨਾ ਪਿੱਛੇ ਜਿਹੜੇ ਜਾਈ ਖੜੇ ਆ ਤੇ ਹਾਂ ਹਾਂ ਜੋ ਰਾਹੁਲ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ। ਤੇ ਪਹਿਲਾਂ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਪੰਗਾ ਪੈ ਗਿਆ ਸੀ। ਰਾਹੁਲ ਤੇ ਜੱਗੇ ਦਾ ਜੋ ਚੈੱਕ ਇਨ ਬੈਗ ਸੀਗਾ ਡਾਈਮੈਂਸ਼ਨ ਉਹਦੀ ਵੱਡੀ ਸੀਗੀ, ਜੋ ਉਹਦੇ ਟਾਇਰ ਸੀਗੇ ਉਹ ਥੋੜੇ ਜਿਹੇ ਜ਼ਿਆਦਾ ਐਕਸਟੈਂਡੇਬਲ ਸੀਗੇ ਤੇ ਇਸ ਕਰਕੇ ਫਿਰ ਸਾਨੂੰ ਬੈਗ ਵਾਪਸ ਕਰਨਾ ਪਿਆ। ਥੋੜਾ ਜਿਹਾ ਟੈਂਸਡ ਹੋ ਗਿਆ ਸੀਗਾ এনवायरमेंट ਬਟ ਫਿਰ ਵੀ ਅਸੀਂ ਕੀ ਕੀਤਾ, ਸਾਡੇ ਫੈਮਿਲੀ ਵਾਲੇ ਸਾਰੇ ਉੱਥੇ ਸੀਗੇ ਤੇ ਉਹਨਾਂ ਤੋਂ ਕਿੱਟ ਬੈਗ ਲੈ ਕੇ ਅਸੀਂ ਸਮਾਨ ਸ਼ਿਫਟ ਕਰਤਾ ਤੇ ਕੁਝ ਸਮਾਨ ਤੁਸੀਂ ਵੱਡੇ ਬੈਗ 'ਚ ਪਤਾ ਨਾ ਉਹ ਕਹਿੰਦੇ 25 ਕਿਲੋ ਭਾਰ ਹਾਂ। ਤੇ ਉਸ ਤੋਂ ਬਾਅਦ ਫਿਰ ਸਾਡੀ ਇਮੀਗ੍ਰੇਸ਼ਨ ਹੋਈ, ਬੜੀ ਸਿੰਪਲ ਚੀਜ਼ ਸੀ ਤੇ ਫਾਈਨਲੀ ਲਾਸਟ ਚੀਜ਼ ਸਿਕਿਉਰਿਟੀ ਬੋਰਡਿੰਗ ਪਾਸ ਤੇ ਲੱਗੀ ਸਟੈਂਪ ਤੇ ਬੜੀ ਭੁੱਖ ਲੱਗੀ ਸੀ ਦੁਪਹਿਰ ਦਾ ਕੁਝ। ਪਾਸਪੋਰਟ ਤੇ ਪੁੱਛਦੇ ਨੇ, ਦੇਖੀ ਇਮੀਗ੍ਰੇਸ਼ਨ ਦੇ ਕਿ ਨਹੀਂ? ਹਾਂ ਹਾਂ ਮੈਂ ਦੇਖੀ ਨਹੀਂ ਡਿਪਾਰਟਡ ਤੇ ਉਸ ਤੋਂ ਬਾਅਦ ਕੁਝ ਖਾਣ ਦਾ ਦਿਲ ਕਰ ਰਿਹਾ ਸੀ। ਫਿਰ ਜਗ੍ਹਾ ਕਹਿੰਦਾ ਯਾਰ ਇੰਡੀਅਨ ਕਰੰਸੀ ਕਾਫੀ ਬਾਕੀ ਆ, ਵੈਸੇ ਕਿਉਂ ਲੈ ਕੇ ਜਾਣੀ ਕੁਝ ਥੋੜੀ ਖਾਣੇ ਜਿਹੀ ਪੀਣੇ ਨਿਸ਼ਾਨੀ ਵਾਸਤੇ ਰੱਖ ਲਈ, ਥੋੜੀ ਜਿਹੀ ਅਸੀਂ ਐਜ਼ ਆ ਯਾਦ ਰੱਖ ਲਈ ਐਜ਼ ਅ ਪਾਰਟੀ ਕਿ ਜਦੋਂ ਵਾਪਸ ਆਈਏ ਸ਼ਾਇਦ ਇਹ ਨੋਟ ਨਾ ਹੋਣ। ਤੇ ਉਸ ਤੋਂ ਬਾਅਦ ਅਸੀਂ ਕੋਕ ਪੀਤਾ ਤੇ ਪੀਜ਼ਾ ਖਾਦਾ ਹਨਾ। ਪੈਪੀ ਪਨੀਰ ਸੀ ਨਾ ਤੇ ਹੁਣ ਬੜਾ ਐਕਸਾਈਟਡ ਆ, ਕਾਫੀ ਜ਼ਿਆਦਾ ਐਕਸਾਈਟਮੈਂਟ ਆ। ਖਾਸ ਕਰਕੇ ਰਾਹੁਲ ਤੇ ਜੱਗਾ ਜ਼ਿਆਦਾ ਐਕਸਾਈਟਡ ਆ ਕਿਉਂਕਿ ਛੋਟੀ ਉਮਰ ਦੇ ਵਿੱਚ ਵੱਡੀ ਛਾਲ ਮਾਰੀ ਇਹਨਾਂ ਨੇ। ਬਾਕੀ ਕਾਫੀ ਅੱਗੇ ਰਾਹੁਲ ਬੋਲਦਾ ਨਹੀਂ ਹੁੰਦਾ ਇਹਨਾਂ ਪਰ ਅੱਜ ਬੋਲ ਰਿਹਾ। ਬਾਕੀ ਸਾਰੇ ਚਲੇ ਗਏ ਤੇ ਬਸ ਹੁਣ ਅਸੀਂ ਇਦਾਂ ਇੰਜੋਇਮੈਂਟ ਕਰ ਰਹੇ ਹਾਂ। ਸੋ ਫਾਈਨਲੀ ਚੱਲੇ ਆ, ਬੋਰਡਿੰਗ ਟਾਈਮ ਹੋ ਚੁੱਕਿਆ, ਫਲਾਈਟ ਬੋਰਡ ਕਰਾਂਗੇ।
ਬੋਰਡਿੰਗ ਪਾਸ ਲੈਣ ਲੱਗੇ ਆ। ਆਕਾਸ਼ਦੀਪ ਸ਼ਰਮਾ ਜੀ, ਇਹਨਾਂ ਨੂੰ ਮਿਲਿਆ ਨਹੀਂ ਸੀ ਦਿੱਲੀ ਤੋਂ, ਪੈਰਿਸ ਤੋਂ ਮੈਕਸੀਕੋ ਦਾ। ਤੇ ਠੀਕ ਆ ਨੇ ਹਾਂ ਆਪਣੇ ਕਰਾ ਕੇ ਨਾਲ ਦਿਨ ਹੋਇਆ ਪੜਦਾ ਬਾਕੀ ਬਾਕੀ ਚਾਚੇ ਨੂੰ ਉੱਥੇ ਆ ਕੇ 1.5 GB ਕਰਾ ਦੀ ਵੀ 3 ਮਹੀਨੇ ਵਾਸਤੇ 400 ਪਊਗੀ ਕੰਟੀਨਿਊ। ਹਾਂ ਇਕੱਠੇ ਕਰਾ ਦੀ ਇਹਨਾਂ ਨੂੰ ਪਾਸਪੋਰਟ ਦੀ ਪਾਸਪੋਰਟ ਸੋ ਫਾਈਨਲੀ ਪੈਰਿਸ ਪਹੁੰਚ ਕੇ ਸੀਗੇ ਬਿਲਕੁਲ ਕਰੈਕਟ ਟਾਈਮ ਤੇ ਪੈਰਿਸ ਦਾ ਟਾਈਮ ਸੀ 7 AM ਤੇ ਇੰਡੀਆ ਦਾ ਟਾਈਮ ਸੀ 10 AM ਤੇ ਹੁਣ 9:30 ਹੋਣ ਵਾਲੇ ਆ ਤੇ ਇੰਡੀਆ ਤੋਂ 3 ਘੰਟੇ ਪਿੱਛੇ ਆ। ਇੰਡੀਆ 'ਚ 12:30 ਹੋਇਆ ਤੇ ਬੜੀ ਸੇਫ ਜਰਨੀ ਰਹੀ, ਕੋਈ ਪ੍ਰੋਬਲਮ ਨਹੀਂ ਆਈ। ਸਵੇਰੇ ਲੈਂਡਿੰਗ ਤੋਂ 1 ਘੰਟਾ ਪਹਿਲਾਂ ਆਪਾਂ ਨੂੰ ਬ੍ਰੇਕਫਾਸਟ ਵੀ ਮਿਲ ਗਿਆ ਸੀ ਨਾ, ਤੇ ਬਸ ਹੁਣ 9 ਘੰਟੇ ਦਾ ਸਾਡਾ ਸਟੇ ਆ, ਜਿਹਦੇ 'ਚੋਂ 2 ਘੰਟੇ ਸਾਡੇ ਨਿਕਲ ਚੁੱਕੇ ਆ। ਤੇ ਇਸ ਤੋਂ ਬਾਅਦ ਦੂਜੀ ਸਾਡੀ ਫਲਾਈਟ ਆ ਜਿਹੜੀ ਪੈਰਿਸ ਤੋਂ ਲੈ ਕੇ ਮੈਕਸੀਕੋ ਤੱਕ, ਤੇ ਮੈਕਸੀਕੋ ਤੋਂ ਬਾਅਦ ਮੈਕਸੀਕੋ 2 ਨਾਈਟ ਦਾ ਸਟੇ ਆ ਤੇ ਫਿਰ ਫਾਈਨਲੀ ਟੋਰਾਂਟੋ ਦੀ ਫਲਾਈਟ। ਤੇ ਹੁਣ ਅਸੀਂ ਇੱਥੇ ਜੋ 2 ਘੰਟੇ ਲਾਸਟ ਕੱਢੇ ਆ, ਪਹਿਲਾਂ ਫਰੈਸ਼ ਵਗੈਰਾ ਹੋਏ, ਉਸ ਤੋਂ ਬਾਅਦ ਸਾਰੇ ਫੈਮਿਲੀ ਨਾਲ ਸਾਰਿਆਂ ਨਾਲ ਗੱਲ ਕੀਤੀ ਅਸੀਂ, ਤੇ ਹੁਣ ਫਾਈਨਲੀ ਫ੍ਰੀ ਹੋ ਚੁੱਕੇ ਆ। ਰਾਹੁਲ ਤੇ ਜੱਗੇ ਨੂੰ ਸੈਕਿੰਡ ਬੋਰਡਿੰਗ ਪਾਸ ਨਹੀਂ ਮਿਲਿਆ ਸੀ, ਇਹਨਾਂ ਨੇ ਪ੍ਰਿੰਟ ਕਰ ਲਿਆ। ਤੇ ਹੁਣ ਰਾਹੁਲ ਨੇ ਚੈੱਕ ਕੀਤਾ ਟਰਮੀਨਲ 2E L44 ਨਾ, ਤੇ ਉੱਥੇ ਅਸੀਂ ਜਾ ਰਹੇ ਹਾਂ ਜਿੱਥੋਂ ਸਾਡੀ ਫਲਾਈਟ ਆ। ਤੇ 9:30 ਹੋਇਆ, 3 ਵਜੇ ਬੋਰਡਿੰਗ ਆ ਤੇ 4 ਵਜੇ ਫਲਾਈਟ ਆ। ਤੇ ਉਦੋਂ ਤੱਕ ਤੁਸੀਂ ਹੁਣ ਤੁਹਾਨੂੰ ਦਿਖਾਉਣੇ ਆ ਪੈਰਿਸ ਦੇ 에ਅਰਪੋਰਟ ਦਾ ਨਜ਼ਾਰਾ, ਆਸ-ਪਾਸ ਦੇ ਵਿਊਜ਼ ਦੇਖੋ। ਸੋ ਪੈਰਿਸ ਦੇ 에ਅਰਪੋਰਟ ਦਾ ਵਿਊ ਦੇਖ ਲਓ ਤੁਸੀਂ। ਇਹ ਕਨੈਕਟਿੰਗ ਫਲਾਈਟ ਏਰੀਆ ਹੈ, ਜਿਨ੍ਹਾਂ ਦੀ ਫਲਾਈਟ ਕਨੈਕਟਿੰਗ ਹੁੰਦੀ ਆ ਉਹ ਇਸ ਏਰੀਆ ਦੇ ਵਿੱਚ ਵੇਟ ਕਰਦੇ ਆ। ਜਾਂ ਸਾਹਮਣੇ ਫਲਾਈਟਸ ਜੋ ਇੱਥੋਂ 2nd ਨੰਬਰ ਵਾਲੀ ਫਲਾਈਟ ਦਿਖ ਰਹੀ ਆ, ਉਸ 'ਤੇ ਅਸੀਂ ਆਏ ਸੀ ਦਿੱਲੀ ਤੋਂ, ਤੇ ਫਲਾਈਟ ਸੀਗੀ AF 에ਅਰ ਫਰਾਂਸ 225। ਤੇ ਹੁਣ ਜਿਹੜੀ ਨੈਕਸਟ ਫਲਾਈਟ ਆ ਉਹ ਹੈਗੀ AF 에ਅਰ ਫਰਾਂਸ 174। ਕਿਵੇਂ ਲੱਗਾ, ਕਿਵੇਂ ਮਜ਼ਾ ਆਇਆ ਪਹਿਲੀ ਵਾਰ ਜਦੋਂ? ਹਾਂ ਬਹੁਤ। ਕਿਵੇਂ ਫੀਲ ਹੋਇਆ? ਇਹਨਾਂ ਨੇ ਵਿੰਡੋ ਸੀਟ ਲੈ ਲਈ ਸੀਗੀ, ਨਜ਼ਾਰਾ ਹੀ ਬਣਿਆ ਗਿਆ। ਅੱਛਾ, ਕੀ ਚੀਜ਼ ਜ਼ਿਆਦਾ ਵਧੀਆ ਲੱਗੀ? ਜਾਂ ਚੀਜ਼ ਬਸ ਇੱਕ ਤਾਂ ਫੂਡ ਫੜ ਵਧੀਆ, ਇਹਨਾਂ ਦਾ ਖਾਣ ਪੀਣ ਦਾ ਕੰਮ ਵੀ ਵਧੀਆ ਸੀਗਾ। ਅੱਛਾ, ਸਰਵਿਸ ਵਧੀਆ ਹੈਗੀ, ਇਹ ਰਿਸਪੈਕਟ ਮਿਲਦੀ, ਉਹ ਵੱਡੀ ਚੀਜ਼ ਆ। ਬੜਾ ਪਿਆਰ ਨਾਲ ਬਣਾਉਂਦੇ ਸਾਰੇ। ਤੇ ਪ੍ਰੋਬਲਮ ਤਾਂ ਨਹੀਂ ਹੋਈ ਕੋਈ? ਨਹੀਂ ਕੋਈ ਨਹੀਂ, ਬਸ ਚਾਹ ਡੁੱਲ ਗਈ ਸੀ ਇਕੱਲੀ ਵਿੱਚ। ਚਾਹ ਕਿਵੇਂ ਡੁੱਲ ਗਈ ਸੀ? ਬਾਹਰ ਛੱਟ ਗਈ ਇੱਥੋਂ, ਅੱਛਾ ਅੱਛਾ, ਤੋਂ ਚੱਲ ਸਾਫ਼ ਹੋ ਗਈ ਸੀਗੀ। ਤੁਹਾਡੇ ਉੱਤੇ ਡੁੱਲ ਗਈ ਸੀ ਚਾਹ? ਹਾਂ ਉੱਤੇ ਡੁੱਲ ਗਈ, ਮੇਰੇ ਕੱਪੜੇ ਉੱਪਰ ਲੱਭੜ ਗਈ। ਅੱਛਾ ਅੱਛਾ, ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਾ? ਨਹੀਂ ਹੋਰ ਤਾਂ ਨਹੀਂ ਬਸ। ਤੇ ਆਕਾਸ਼ ਜੀ, ਤੁਹਾਨੂੰ ਕਿਵੇਂ ਲੱਗਿਆ ਜ਼ਿੰਦਗੀ 'ਚ ਪਹਿਲੀ ਵਾਰ ਤੁਸੀਂ ਫਲਾਈਟ 'ਤੇ ਚੜ੍ਹੇ ਤਾਂ ਕਿਵੇਂ ਦਾ ਰਿਹਾ ਐਕਸਪੀਰੀਅੰਸ? ਵਧੀਆ ਸੀ, ਬਹੁਤ ਵਧੀਆ ਸੀ। ਜਦੋਂ ਟੇਕ ਆਫ ਹੋਣ ਲੱਗਿਆ ਤੇ ਉਦੋਂ ਕੀ ਲੱਗਿਆ ਕਿ ਮਤਲਬ ਇੱਕਦਮ ਥੋੜੀ ਜਿਹੀ ਐਕਸਾਈਟਮੈਂਟ ਜੀ ਹੋਈ ਕਿ? ਵਧੀਆ, ਮੈਨੂੰ ਲੱਗਦਾ ਵੀ 에ਅਰ ਟਰੈਵਲ ਵੀ ਜ਼ਰੂਰੀ ਹੈ ਆਪਣੇ ਵਾਸਤੇ, ਐਕਸਪੀਰੀਅੰਸ ਕਰਨਾ ਚਾਹੀਦਾ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ, ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ, ਬਹੁਤ ਕੁਝ ਨਵਾਂ ਫੀਲ ਕਰਨ ਨੂੰ ਮਿਲਦਾ। ਆਪਾਂ ਜਿਵੇਂ ਕੰਟਰੀਜ਼ ਦੇਖੀਆਂ, ਦੁਬਈ, ਕਤਰ ਜਾਂ ਹੋਰ ਜਿਹਨਾਂ ਦੇ ਉੱਪਰ ਦੀ ਆਪਾਂ ਲੰਘੇ, ਆਪਾਂ ਉਹਨਾਂ ਕੰਟਰੀ ਦਾ ਇੱਕ ਓਵਰਵਿਊ ਲੈ ਲਿਆ ਕਿ ਉਹ ਕੀ ਕਿਹੜੇ ਸਟੈਂਡਰਡ ਦੀਆਂ ਕੰਟਰੀਆਂ। ਬਹੁਤ ਸੋਹਣਾ ਸੀਗਾ, ਬਹੁਤ ਘੈਂਟ। ਕਾਫੀ ਇੰਜੋਏ ਕੀਤਾ ਹਜੇ ਤੱਕ ਤਾਂ ਜਿਹੜੀ ਫਸਟ ਫਲਾਈਟ ਸੀਗੀ, ਤੇ ਇਸ ਤੋਂ ਬਾਅਦ ਦੇਖਦੇ ਹਾਂ ਅੱਗੇ 2 ਫਲਾਈਟਾਂ ਹੋਰ ਆ। ਪਹਿਲੀ ਮੈਂ ਤੁਹਾਨੂੰ ਦੱਸ ਚੁੱਕਿਆ ਜੋ ਹੈ ਪੈਰਿਸ ਤੋਂ ਮੈਕਸੀਕੋ, ਤੇ ਫਿਰ ਮੈਕਸੀਕੋ ਤੋਂ ਟੋਰਾਂਟੋ। ਤੇ ਰਾਹੁਲ ਕਹਿੰਦਾ ਹੁਣ ਚੱਲਦੇ ਹਾਂ, ਤੇ ਉਹਦੇ ਨਾਲ ਮੈਂ ਡਿਊਲ ਕੈਮਰਾ ਵੀ ਔਨ ਕਰ ਲੈਣਾ ਹੈ, ਦੋਨੋਂ ਵਿਊਜ਼ ਤੁਹਾਨੂੰ ਦਿਖਦੇ ਰਹਿਣਗੇ, ਮੇਰਾ ਵੀ ਤੇ ਫਰੰਟ ਵਾਲਾ। ਸੋ ਫਾਈਨਲੀ ਅਸੀਂ ਬੈਠ ਚੁੱਕੇ ਹਾਂ ਇਸ ਟਾਈਮ ਮੈਟਰੋ ਦੇ ਵਿੱਚ, ਤੇ ਗੇਟ ਨੰਬਰ L ਤੇ ਜਾਣਾ ਹੈ, ਤੇ ਹੁਣ ਅਸੀਂ M ਤੇ ਹਾਂ, ਤੇ ਮੈਟਰੋ ਥਰੂ ਅਸੀਂ ਜਾਵਾਂਗੇ। ਸਾਹਮਣੇ ਤੇ ਦੇਖ ਸਕਦੇ ਹਾਂ ਟੈਕਸੀਜ਼ ਨੇ। Prochain arrêt, terminal 2E, porte L. ਇਹ ਵੀ ਆ। ਅਕਾਊਂਟ ਪੜ੍ਹ ਲੈਂਦੇ, ਕੈਸ਼ ਵਿਡਰੋਲ 50 ਯੂਰੋ, ਟ੍ਰਾਂਜੈਕਸ਼ਨ ਫੀਸ 3.95। ਕਿੰਨੇ ਦੇ ਮੇਰੇ? 0.80 ਕੱਢ ਦਿੱਤੇ ਉਹਨੇ, ਮੈਂ ਕਦ ਬਕਾਈ ਮਾਰ ਲਿਆ ਆਪਣੇ ਆਪ। 40 ਵੱਜ ਗਏ। 10 ਯੂਰੋ ਦੇ ਸਾਨੂੰ 3 ਕੋਕ ਮਿਲ ਚੁੱਕੇ ਆ 500 ml ਵਾਲੇ। ਕਿੰਨੇ ਦਾ ਹੋ ਗਿਆ? 1 ਯੂਰੋ ਕਿੰਨੇ ਦਾ ਹੈ? ਤੇ 1 ਯੂਰੋ ਦੇਖ ਲੈਂਦੇ ਆ। ਉਹ 20 ਹੋਰ ਛੱਡਦੇ ਨੇ ਆਪਾਂ ਨੂੰ। ਆਹ 20 ਛੱਡਦੇ ਤੇਰੇ ਕੋਲ ਹੈਗਾ, ਮੇਰੇ ਕੋਲ ਆ ਜਾਈ ਕਿ 18 ਡਾਲਰ ਬਣੂਗਾ ਨਾ ਵੱਧ ਤੋਂ ਵੱਧ। ਫੜ ਸੈਂਡਵਿਚ ਲੈਣ ਲੱਗੇ ਆ, 3 ਵੈਜ ਸੈਂਡਵਿਚ। ਲੱਗਦੇ ਤਾਂ ਦੇਖਣ 'ਚ ਵੈਜ ਹੀ ਆ, ਪਰ ਹੁਣ ਖਾ ਕੇ ਦੇਖਾਂਗੇ ਕਿਹੜੇ।
ਸੋ ਪੈਰਿਸ 에ਅਰਪੋਰਟ ਤੇ ਬੈਠੇ ਹਾਂ, ਵੇਟ ਕਰ ਰਹੇ ਹਾਂ 4.5 ਘੰਟੇ ਬਾਕੀ ਆ ਫਲਾਈਟ ਦੇ ਵਿੱਚ, 3.5 ਘੰਟੇ ਬਾਕੀ ਆ ਬੋਰਡਿੰਗ ਦੇ ਵਿੱਚ, 11:30 ਹੋਏ ਆ ਲੋਕਲ ਟਾਈਮ ਪੈਰਿਸ ਦਾ ਤੇ 4 ਵਜੇ ਫਲਾਈਟ ਆ ਤੇ ਉਹਨਾਂ ਦਾ ਰੈਸਟ ਕਰ ਰਹੇ ਆ। ਰਾਹੁਲ ਨੂੰ ਦੇਖੋ ਤੁਸੀਂ, ਪੂਰੇ ਫੁੱਲ ਦੇਸੀ ਤਰੀਕੇ ਵਿੱਚ ਰੈਸਟ ਕਰ ਰਿਹਾ। ਬ੍ਰੈਡ ਚੀੜਾ ਉਸ ਇਨਸਾਨ ਦੇ ਨਾਲ ਅਸੀਂ ਵੀਡੀਓ ਕਾਲ ਕਰਨੀ ਆ ਜਿਹਦੇ ਕਰਕੇ ਮੈਂ ਬਾਹਰ ਜਾ ਰਿਹਾ ਤੇ ਜਿਹਦੇ ਕੋਲ ਅਸੀਂ ਜਾ ਰਹੇ ਹਾਂ। ਤੇ ਸੋ ਫਾਈਨਲੀ ਕੈਮਰਾ ਚੇਂਜ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕੌਣ ਲਾਈਵ ਨੇ ਇਸ ਟਾਈਮ। ਹਾਂਜੀ ਨਵਦੀਪ ਸ਼ਰਮਾ ਜੀ, ਕਿਵੇਂ ਲੱਗ ਰਿਹਾ ਤੁਸੀਂ ਵਲੌਗ ਦਾ ਹਿੱਸਾ ਹੋ? ਅਸੀਂ ਕੱਲ ਉੱਥੇ ਕਰਦਾ 에어ਪੋਰਟ ਤੇ ਬਸ ਇੰਤਜ਼ਾਰ ਹੈ ਜੀ। 에어ਪੋਰਟ ਤੇ ਵੀ ਕੀ ਕੀਤਾ, ਕਿੰਨਾ ਕੁ ਇੰਤਜ਼ਾਰ ਆ? ਹਲਦੀ ਪੀਤੀ ਤੇ ਪੀਜ਼ਾ ਤੂੰ ਸਹੀ ਗੱਲ ਬਹੁਤ ਗੱਡੀ ਕਿ ਬੈਠਾ ਸਾਡੀ ਏ। ਕਿੰਨਾ ਕੁ ਇੰਤਜ਼ਾਰ ਆ? ਉਹੀ ਬਸ ਜ਼ਿਆਦਾ ਐਕਸਾਈਟਡ ਹੋ ਗਿਆ। ਸੋ ਫਾਈਨਲੀ ਪੈਰਿਸ ਤੋਂ ਜਾਣ ਦਾ ਟਾਈਮ ਹੋ ਚੁੱਕਿਆ ਤੇ ਹੁਣ ਦੇਖ ਸਕਦੇ ਹੋ ਤੁਸੀਂ ਕਿਊ ਵਿੱਚ ਕਾਫੀ ਜ਼ਿਆਦਾ ਲੰਬੀ ਲਾਈਨ ਆ ਤੇ ਅਸੀਂ ਲੱਗੇ ਹੋਏ ਹਾਂ। ਬੋਰਡਿੰਗ ਪਾਸ ਵਗੈਰਾ ਚੈੱਕ ਹੋ ਚੁੱਕਿਆ। इधर आ देख।
ਫਾਈਨਲੀ ਮੈਕਸੀਕੋ ਪਹੁੰਚ ਚੁੱਕੇ ਹਾਂ। 2 ਘੰਟੇ ਪਹਿਲਾਂ ਪਹੁੰਚ ਗਏ ਸੀ ਤੇ ਫਿਰ ਉਸ ਤੋਂ ਬਾਅਦ ਕੋਵਿਡ ਟੈਸਟ ਕਰਾਇਆ। ਹੁਣ ਫ੍ਰੀ ਹੋ ਚੁੱਕੇ ਹਾਂ ਤੇ ਹੁਣ ਜਾ ਰਹੇ ਹਾਂ ਹੋਟਲ, ਤੇ ਅੱਗੇ ਹੋਟਲ ਜਾ ਕੇ ਮਿਲਦੇ ਹਾਂ ਤੁਹਾਨੂੰ। ਦੇਖ ਲਿਓ ਤੁਸੀਂ ਮੈਕਸੀਕੋ 에ਅਰਪੋਰਟ ਦੇ ਆਊਟਰ ਦਾ ਸੀਨ। ਸੋ ਮੈਕਸੀਕੋ 에ਅਰਪੋਰਟ ਦੇ ਆਊਟਰ ਦਾ ਸੀਨ। ਇਸ ਜਗ੍ਹਾ ਤੇ ਕੋਵਿਡ ਟੈਸਟ ਹੋਇਆ ਸੀ ਤੇ ਸਾਡਾ ਹੋ ਚੁੱਕਿਆ 8 ਤੋਂ 12 ਘੰਟੇ ਦੇ ਵਿੱਚ ਰਿਪੋਰਟ ਆ ਜੂਗੀ। ਤੇ ਹੁਣ ਅਸੀਂ ਜਾ ਰਹੇ ਹਾਂ ਹੋਟਲ। ਚਲੋ ਵੀ ਹੋ ਜਗਸੀਰ ਸਿੰਘ ਉਧਰ ਨੂੰ ਹੋ ਜਾਣਾ। ਸੋ ਫਾਈਨਲੀ ਅਸੀਂ ਹੋਟਲ ਪਹੁੰਚ ਚੁੱਕੇ ਹਾਂ ਮੈਕਸੀਕੋ। ਇਸ ਟਾਈਮ ਰਾਤ ਦੇ 1 ਵਜੇ ਹੋਏ ਨੇ ਤੇ ਇੰਡੀਆ ਦੇ ਵਿੱਚ ਇਸ ਟਾਈਮ ਹੈਗਾ 11:30 ਸਵੇਰ ਦੇ 12 ਸਤੰਬਰ ਦੇ। ਤੇ ਕਾਫੀ ਜ਼ਿਆਦਾ ਥੱਕੇ ਸੀਗੇ ਕਿਉਂਕਿ ਜੋ ਪੈਰਿਸ ਤੋਂ ਮੈਕਸੀਕੋ ਦੀ ਫਲਾਈਟ ਸੀ 10,000 ਕਿਲੋਮੀਟਰ ਸਾਡਾ ਸੀਗਾ ਟੋਟਲ ਡਿਸਟੈਂਸ, ਤੇ 12.5 ਘੰਟੇ ਸਾਨੂੰ ਲੱਗੇ ਆਉਣ ਤੇ ਕਾਫੀ ਜ਼ਿਆਦਾ ਥੱਕ ਗਏ। ਤੇ ਉਸ ਤੋਂ ਬਾਅਦ ਮੈਕਸੀਕੋ ਆਉਂਦੇ ਹੀ 1 ਘੰਟਾ ਸਾਨੂੰ ਬੈਗੇਜ ਲਈ ਵੇਟਿੰਗ ਕਰਨੀ ਪਈ। ਤੇ ਪਹਿਲਾਂ ਇਮੀਗ੍ਰੇਸ਼ਨ ਦੇ ਵਿੱਚ ਥੋੜਾ ਪ੍ਰੋਸੈਸ ਸੀਗਾ ਜਿਹਦੇ ਤੇ ਸਾਨੂੰ ਅੱਧਾ ਘੰਟਾ ਲੱਗਿਆ ਸੀ ਨਾ, ਤੇ ਉਹਦੇ ਵਿੱਚ ਸਾਨੂੰ ਮੈਕਸੀਕੋ ਦਾ ਵੀਜ਼ਾ ਗ੍ਰਾਂਟ ਕੀਤਾ ਗਿਆ 180 ਡੇਜ਼ ਦਾ। ਤੇ ਨਾਲ ਦੀ ਨਾਲ ਫਿਰ ਜੋ ਮੋਸਟ ਇੰਪੋਰਟੈਂਟ ਚੀਜ਼ ਜੋ ਇੱਥੇ ਆ ਕੇ ਸੀਗੀ ਉਹ ਸੀਗੀ ਕੋਵਿਡ ਟੈਸਟ। ਸੋ 에ਅਰਪੋਰਟ ਦੇ ਬਾਹਰ ਨਿਕਲਦੇ ਹੀ ਉੱਥੇ ਆਊਟਲੈਟ ਬਣੇ ਹੋਏ ਸੀਗੇ ਤੇ ਉੱਥੇ ਸਾਡਾ ਕੋਵਿਡ-19 ਟੈਸਟ ਹੋਇਆ। ਤੇ ਕੋਵਿਡ-19 ਟੈਸਟ ਹੁੰਦੇ ਹੀ ਤੇ ਫਾਈਨਲੀ ਹੋਟਲ ਸਾਡਾ ਆਲਰੇਡੀ ਪ੍ਰੀ ਬੁੱਕ ਕੀਤਾ ਸੀਗਾ ਤੇ ਅਸੀਂ ਆ ਚੁੱਕੇ ਹਾਂ ਹੁਣ ਹੋਟਲ ਦੇ ਵਿੱਚ। ਤੇ ਹੁਣ ਰੈਸਟ ਕਰਾਂਗੇ ਕਿਉਂਕਿ ਬਹੁਤ ਥੱਕ ਚੁੱਕੇ ਹਾਂ। ਸਾਹਮਣੇ ਰਾਹੁਲ ਸਟੋਰੀ ਵਗੈਰਾ ਚੈੱਕ ਕਰ ਰਿਹਾ ਇੰਸਟਾਗ੍ਰਾਮ ਤੇ ਸਾਹਮਣੇ ਜਗਸੀਰ ਸਿੰਘ ਜਗ੍ਹਾ ਤੇ ਜੱਗੇ। ਹਾਂ ਵੀ ਕਿਵੇਂ ਰਿਹਾ ਹਜੇ ਤੱਕ ਦਾ ਸਫ਼ਰ? ਹੋਰ ਤਾਂ ਠੀਕ ਆ, ਬੈਗ ਖਿੱਚਣੇ ਬੜੇ ਔਖੇ ਲੱਗੇ ਰਾਜ। ਅੱਛਾ, ਤੇ ਥੱਕ ਗਿਆ ਕਾਫੀ? ਮੋਢੇ ਦੁਖੀ ਜਾਂਦੇ ਆ। ਮੋਢੇ ਦੁਖੀ ਜਾਂਦੇ ਆ ਤੇ ਮਜ਼ਾ ਆ ਰਿਹਾ? ਹਾਂ, ਕਿੰਨਾ ਕਰ ਰਿਹਾ? ਫੁੱਲ ਇੰਜੋਇਮੈਂਟ। ਅੱਛਾ ਚਲ ਠੀਕ ਆ। ਤੇ ਰਾਹੁਲ ਮੈਨੂੰ ਲੱਗਦਾ ਇਸ ਟਾਈਮ ਬੋਲਣ ਦੇ ਮੂਡ 'ਚ ਨਹੀਂਗਾ, ਥੋੜਾ ਜ਼ਿਆਦਾ ਥੱਕਿਆ। ਤੇ ਬਾਕੀ ਅੱਗੇ ਕਰਾਂਗੇ ਕਵਰ, ਦੇਖਦੇ ਰਹੋ। ਸੋ ਫਾਈਨਲੀ ਮੈਕਸੀਕੋ ਦੀ ਪਹਿਲੀ ਮਾਰਨਿੰਗ ਆ, ਅੱਜ 12 ਸਤੰਬਰ ਆ। ਟਾਈਮ ਹੋ ਗਿਆ ਸਵੇਰ ਦੇ 8 ਤੇ ਤੁਸੀਂ ਵਿਊ ਦੇਖ ਸਕਦੇ ਹੋ, ਬੈਕ ਵਿਊ ਵਿੰਡੋ। ਅਸੀਂ ਵਿੰਡੋ ਦੇ ਕੋਲ ਖੜੇ ਆ ਤੇ ਹੁਣ ਅਸੀਂ ਚੱਲੇ ਆ ਬ੍ਰੇਕਫਾਸਟ ਕਰਨ। ਸੋ ਬ੍ਰੇਕਫਾਸਟ ਕਰਨ ਦਾ ਰੂਟ ਇਸ ਤਰਫ ਆ, ਲਿਫਟ ਤੋਂ ਥੱਲੇ ਜਾਣਾ ਹੈ। ਤੇ ਦੇਖੋ ਤੁਸੀਂ ਮੈਕਸੀਕੋ ਹੋਟਲ ਵਿੱਚ ਅਸੀਂ ਖੜੇ ਹੋਏ ਆ। ਅੱਛਾ ਰਾਹੁਲ ਕਹਿਆ। ਤੇ ਇੱਕ ਮੈਨੂੰ ਬੜੀ ਇੱਥੇ ਚੰਗੀ ਚੀਜ਼ ਨਹੀਂ ਲੱਗੀ, ਇੱਥੇ ਕਿਸੇ ਨੂੰ ਵੀ ਇੰਗਲਿਸ਼ ਨਹੀਂ ਆਉਂਦੀ। ਜਿਹੜਾ ਆਫਿਸਰ ਕੇਡਰ ਆ ਉਹਨਾਂ ਨੂੰ ਵੀ ਨਹੀਂ ਆਉਂਦੀ ਤੇ ਬਾਕੀ ਸਪੋਰਟ ਸਟਾਫ ਨੂੰ ਬਿਲਕੁਲ ਇੰਗਲਿਸ਼ ਨਹੀਂ ਆਉਂਦੀ, ਸਿਰਫ ਆਪਣੀ ਲੋਕਲ ਲੈਂਗੁਏਜ ਬੋਲਦੇ ਆ। ਤੇ ਇਹਦੇ ਕਰਕੇ ਸਾਨੂੰ ਬੜੀ ਤੰਗੀ ਹੋ ਰਹੀ ਆ। ਆ ਲੈ ਰਾਹੁਲ ਫੜ ਕਾਰਡ। ਸੋ ਫਾਈਨਲੀ ਹੁਣ ਲਾਡੀ ਨਾਲ ਚੱਲ ਰਹੀ ਹੈ ਗੱਲ। ਅੱਜ ਬ੍ਰੇਕਫਾਸਟ ਹੋ ਗਿਆ ਸੀਗਾ ਤੇ ਵਲੌਗ ਦੇ ਵਿੱਚ ਲਾਡੀ ਨੂੰ ਕਵਰ ਕਰ ਰਹੇ ਹਾਂ। ਹਾਂ ਲਾਡੀ ਹੋਰ ਦੱਸ। ਪਹਿਲਾਂ ਕੀਤੀ ਲਾਡੀ ਨਾਲ ਗੱਲ ਤੇ ਅੱਜ ਸਾਰਿਆਂ ਨਾਲ ਗੱਲ ਕਰਨੀ ਆ। ਅੱਜ ਫ੍ਰੀ ਟਾਈਮ ਆ ਤੇ ਹੁਣ ਕਰਦੇ ਆ ਗੱਲ ਆਰਟਿਸਟ ਅਰਸ਼ ਜੀ ਨਾਲ। ਅੱਛਾ ਸਤਿ ਸ਼੍ਰੀ ਅਕਾਲ ਜੀ। ਸੋ ਮੈਕਸੀਕੋ ਦੀ ਸਟਰੀਟ ਵਿੱਚ ਜਾ ਰਹੇ ਹਾਂ। ਸੋਚਿਆ ਥੋੜਾ ਐਕਸਪਲੋਰ ਕਰਕੇ ਆਈਏ ਕਿਉਂਕਿ ਸਵੇਰ ਦੇ ਬੋਰ ਹੋ ਰਹੇ ਸੀਗੇ ਤੇ ਪੌਣੇ ਕਦੋਂ ਹੋਣ ਵਾਲੇ ਆ ਦੁਪਹਿਰ ਦੇ। ਮੌਸਮ ਬੜਾ ਵਧੀਆ, ਓਵਰਕਾਸਟ ਸਵੇਰ ਦਾ, ਟੈਂਪਰੇਚਰ 14 ਤੋਂ 17 ਡਿਗਰੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵਿਊ। ਸੋ ਫਾਈਨਲੀ ਮੈਕਸੀਕੋ ਐਕਸਪਲੋਰ ਕਰਨ ਆਏ ਸੀ ਤੇ ਬੜੀ ਭੁੱਖ ਲੱਗੀ ਪਈ ਸੀ ਤੇ ਸੋਚਿਆ ਬਾਹਰ ਜਾ ਕੇ ਕੁਝ ਖਾ ਕੇ ਆਈਏ। ਤੇ ਪਹਿਲਾਂ ਅਸੀਂ ਸਬਵੇ ਸਰਚ ਕੀਤਾ, ਉੱਥੇ ਸਾਨੂੰ ਕੁਝ ਪਸੰਦ ਨਹੀਂ ਆਇਆ ਤੇ ਫਾਈਨਲੀ ਰਾਹੁਲ ਨੇ ਦੂਰ ਤੋਂ ਮੈਕਡੋਨਲਡ ਦੇਖ ਲਿਆ ਤੇ ਹੁਣ ਅਸੀਂ ਉੱਥੇ ਆ ਚੁੱਕੇ ਹਾਂ, ਮੈਕਡੀ ਆ ਚੁੱਕੇ ਹਾਂ। ਨਹੀਂ ਵੈਸੇ ਤਾਂ ਸੈਲਫ ਸਰਵਿਸ ਹੀ ਹੁੰਦੀ ਆ ਪਰ ਇਹ ਮੈਨੂੰ ਵਧੀਆ ਲੱਗਾ ਕੰਮ ਇਹਨਾਂ ਦਾ ਆਊਟਲੈਟਸ ਦੇ ਵਿੱਚ। ਸੋ ਰਾਤ ਦੇ 11:05 ਹੋ ਗਏ ਆ। ਬੜਾ ਵੇਟ ਕੀਤਾ, ਕੁਝ ਖਾਣ ਨੂੰ ਮਿਲ ਨਹੀਂ ਰਿਹਾ ਸੀ ਸਹੀ ਜਿਹਾ। ਸਾਰੀਆਂ ਚੀਜ਼ਾਂ ਵਿੱਚ ਹੀ ਚਿਕਨ ਸੀ, ਪੋਰਕ ਸੀ ਤੇ ਬੀਫ ਸੀ ਕਿ ਅਸੀਂ ਉਹ ਚੀਜ਼ ਅਵੋਇਡ ਕੀਤੀ। ਜੱਗੇ ਨੇ ਪੀਜ਼ਾ ਕੀਤਾ ਆਨਲਾਈਨ, ਵੈਜੀਟੇਰੀਅਨ ਪੀਜ਼ਾ ਆਰਡਰ। ਇੱਥੇ ਸਿਰਫ ਕਾਫੀ ਲਈ ਜਿਹਨੂੰ ਬਣਨ 'ਤੇ ਵੀ 1.5 ਘੰਟਾ ਲੱਗ ਗਿਆ ਤੇ ਜਦੋਂ ਆਇਆ ਐਂਡ ਪ੍ਰੋਡਕਟ ਉਹ ਵੀ ਪੂਰਾ ਬਕਵਾਸ। ਸੋ ਫਾਈਨਲੀ ਕਾਫੀ ਛੱਡਦੀ, ਪੀਤੀ ਨਹੀਂ ਗਈ, ਬਹੁਤ ਜ਼ਿਆਦਾ ਕੌੜੀ ਸੀ। ਬਿਨਾਂ ਰੁਕ ਜਾ ਫੜ ਕੇ ਰੱਖ। ਪੀਜ਼ਾ ਖਾਣ ਦਾ ਟਾਈਮ ਹੋ ਚੁੱਕਿਆ। ਜਗਸੀਰ ਸਿੰਘ ਬਰਾੜ ਕਹਿੰਦੇ ਸੀ 14 ਪੀਜ਼ਾ। ਵਾਹ ਬਈ ਵਾਹ। ਜਗਸੀਰ ਸਿੰਘ ਜੀ ਚਟਨੀ ਖੋਲੋ, ਗਾਰਲਿਕ ਪਾਪਾ ਜੌਨਸ ਵਾਲੀ ਚਟਨੀ। ਮੈਂ ਵੀਡੀਓ ਬਣਾ ਰਿਹਾ, ਨਹੀਂ ਤਾਂ ਮੈਂ ਹੀ ਖੋਲ ਦੇਣੀ ਸੀ। ਦੇਖ ਵੀ
ਜਗਸੀਰ ਸਿੰਘ। तो फाइनली मैक्सीको एयरपोर्ट पे बैठे हुए हैं तो सारा कुछ हो गया सी, चैक इन हो गया सी, बोर्डिंग पास मिल गए सी, सिक्योरिटी हो गई सी तो इस टाइम 1:30 बज चुके 13 सितंबर आज जर्नी का लास्ट फेज तो 5:20 ਤੇ ਸਾਡੀ ਫਲਾਈਟ ਟੇਕ ਆਫ ਕਰੂਗੀ ਤੇ ਬੋਰਡਿੰਗ ਹੈਗੀ ਹੈ 4:20 ਤੇ ਜੱਗਾ ਕੁਝ ਖਾਣ ਨੂੰ ਲੈ ਕੇ ਆਇਆ ਸੱਬੇ ਤੋਂ, ਕਾਫੀ ਭੁੱਖ ਲੱਗੀ ਸੀਗੀ ਤੇ ਹੁਣ ਜੱਗਾ ਤੇ ਰਾਹੁਲ ਦੋਨੋਂ ਕੋਕੋ ਕੋਲਾ ਲੈਣ ਗਏ ਆ। ਸੱਬੇ ਦੇ ਸੈਂਡਵਿਚ ਆ ਗਏ, 버ਗਰ ਕਿਉਂ ਹੁੰਦੇ ਨਹੀਂ ਸੈਂਡਵਿਚ, ਸੱਬੇ ਦੇ ਸੈਂਡਵਿਚ ਤੇ ਨਾਲ ਕੋਕੋ ਕੋਲਾ। ਆਕਾਸ਼ਦੀਪ ਵੀ ਤਿਆਰ ਨੇ, ਮਾਸਕ ਲਾ ਚੁੱਕੇ ਆ, ਅਸੀਂ ਵੀ ਹੁੰਨੇ ਆ ਤਿਆਰ ਤੇ ਖਾ ਕੇ ਤੁਹਾਨੂੰ ਦਿਖਾਉਣੇ। ਜੱਗੇ ਨੇ ਚੱਕਿਆ ਉਹ ਖੋਲਤਾ, ਹੁਣ ਦੇਖਿਓ, ਵਾਹ ਵੀ ਵਾਹ। ਸੋ ਫਾਈਨਲੀ ਪਹੁੰਚ ਚੁੱਕੇ ਹਾਂ ਕੈਨੇਡਾ ਤੇ ਜਰਨੀ ਦਾ ਐਂਡ ਹੋ ਚੁੱਕਿਆ ਤੇ 12 ਵਜੇ ਸਾਡੀ ਫਲਾਈਟ ਪਹੁੰਚ ਗਈ ਸੀ ਤੇ ਬੌਬੀ ਤੇ ਹੈਪੀ ਤੇ ਨਾਲ ਇੱਕ ਸਰਪ੍ਰਾਈਜ਼ ਸਾਨੂੰ ਗੀਤ ਵੀ ਲੈਣ ਆਈ। ਤੇ ਫਿਰ ਕਿਵੇਂ ਫੀਲ ਹੋ ਰਿਹਾ ਰਾਹੁਲ ਕੈਨੇਡਾ ਦੀ ਧਰਤੀ ਤੇ ਲੈਂਡ ਕਰਕੇ? ਵਧੀਆ। ਤੇ ਜੱਗੇ ਤੂੰ ਦੱਸ? ਤੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ 1135 ਦਿਨਾਂ ਬਾਅਦ ਬੌਬੀ ਨੂੰ ਮਿਲਿਆ, ਮਤਲਬ ਕਿ 3 ਸਾਲ ਤੇ 40 ਦਿਨਾਂ ਬਾਅਦ ਪੂਰਾ ਕੈਨੇਡਾ। ਤੇ ਬੌਬੀ ਫਿਰ ਕਿਵੇਂ ਫੀਲ ਹੋ ਰਿਹਾ ਅੱਜ ਇੰਨੇ ਟਾਈਮ ਬਾਅਦ ਮਿਲ ਕੇ? ਵਧੀਆ ਫੀਲ ਹੋ ਰਿਹਾ। ਕਿੰਨਾ ਕੁ? ਸਾਨੂੰ ਬਹੁਤ ਕਿਆ ਖੁਸ਼ੀ ਬੋਲ ਰਿਹਾ ਇਹ ਵੀਡੀਓ ਸ਼ਰਮਾਉਂਦਾ ਮੁੰਡਾ। ਦੇਖ ਦੇਖ ਇੱਧਰ।
ਸੋ ਬੜਾ ਮਜ਼ਾ ਆ ਰਿਹਾ ਕੈਨੇਡਾ ਆ ਕੇ, ਠੰਡੀਆਂ ਠੰਡੀਆਂ ਹਵਾਵਾਂ, ਗਰਮੀ ਦੇ ਮਹੀਨੇ ਵਿੱਚ ਕੋਟ ਪਾਇਆ ਹੋਇਆ। ਤੇ ਹੈਪੀ ਲੈ ਕੇ ਜਾ ਰਿਹਾ ਰਾਹੁਲ ਤੇ ਜੱਗੇ ਨੂੰ, ਤੇ ਮੇਰੇ ਨਾਲ ਮਤਲਬ ਮੈਂ ਬੋਬੀ ਦੇ ਨਾਲ, ਤੇ ਨਾਲ ਸਾਡੇ ਗੀਤੂ। ਹੁਣ ਅਸੀਂ ਚੱਲਦੇ ਹਾਂ, ਗੀਤੂ ਨੂੰ ਛੱਡਾਂਗੇ ਤੇ ਫਿਰ ਚੱਲਾਂਗੇ Thank you, 352 ਪੇਂਟਰ ਪੋਸਟ ਡਰਾਈਵ। ਪਿੱਛੇ ਹੈਗੀ ਸੀਟ? हाँ हाँ हमें तो तार नहीं ਕਿੱਥੇ ਆ? नहीं आ रहा ਨਹੀਂ ਆ ਰਿਹਾ, ਚੱਲ ਕੋਈ ਨਹੀਂ। ਕਿਹੜਾ ਘਰ ਆ ਬੋਬੀ ਗੀਤੂ ਦਾ? 80 ਨੰਬਰ। ਅੱਛਾ